ਗੁਰੂ ਦੇ ਸਤਸੰਗੀ ਜਨੋ, ਸਤ ਦੀ ਪ੍ਰਾਪਤੀ ਲਈ ਗੁਰਾਂ ਦੀ ਪਾਵਨ ਕਥਾ ਧੁਰ ਕੀ ਬਾਣੀ ਜੋ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਹਿਲਾ ਰਾਗ ਸ੍ਰੀ ਰਾਗ ਜੋ 35 ਅੰਗ ਦੇ ਉੱਤੇ 55ਵਾਂ ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਮਹਾਰਾਜ ਫਰਮਾਉਂਦੇ ਨੇ, ਮੇਰੇ ਮਨ ਹਰਿ ਕਾ ਨਾਮ ਧਿਆਏ। ਉੱਤਮ ਵਕਤਾ ਆਪਣੇ ਮਨ ਨੂੰ ਸੰਬੋਧਨ ਕਰਕੇ ਹੀ ਦੂਜੇ ਨੂੰ ਉਪਦੇਸ਼ ਦਿੰਦਾ। ਸਤਿਗੁਰੂ ਜੀ ਨੇ ਤਾਂ ਭਗਤੀ ਦਾ ਸਰੂਪ ਹੀ ਧਾਰਿਆ। ਭਗਤੀ ਹੀ ਭਗਤੀ ਹੈ, ਨਾਮ ਹੀ ਨਾਮ ਹੈ। ਸਤਿਗੁਰੂ ਕਹਿੰਦੇ ਨੇ, ਆਪਣੇ ਮਨ ਨੂੰ ਇਸ ਤਰ੍ਹਾਂ ਤੁਸੀਂ ਸਮਝਾਓ, ਮੇਰੇ ਮਨਾ ਹਰੀ ਦਾ ਨਾਮ ਧਿਆਉਣਾ ਕਰ। ਸਾਚੀ ਭਗਤ ਤਾਂ ਥੀ ਹੈ ਜਾਂ ਹਰ ਵਸੈ ਮਨ ਆਏ। ਸੱਚੀ ਭਗਤੀ ਉਸੇ ਨੂੰ ਕਹਿੰਦੇ ਨੇ, ਉਹੀ ਹੁੰਦੀ ਹੈ ਸੱਚੀ ਭਗਤੀ। ਜੇ ਪਰਮਾਤਮਾ ਦਾ ਨਾਮ ਹਿਰਦੇ ਦੇ ਅੰਦਰ ਆ ਕੇ ਵਸ ਜਾਵੇ, ਇਹਨੂੰ ਕਹਿੰਦੇ ਸੱਚੀ ਭਗਤੀ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ। ਹੁਣ ਜੇ ਵਾਹਿਗੁਰੂ ਦੀ ਭਗਤੀ ਕਰਨ ਵਾਸਤੇ ਵੇਲਾ, ਦਿਨ ਦਾ ਕੋਈ ਵੇਲਾ, ਵਕਤ ਕੋਈ ਰਾਤ ਦਾ ਵਿਚਾਰੀਏ ਤਾਂ ਫਿਰ ਕਿਸ ਵੇਲੇ ਭਗਤੀ ਹੋ ਸਕਦੀ ਹੈ? ਕਿਉਂਕਿ ਵਿਚਾਰਨ ਨਾਲ ਤਾਂ ਸਮਾਂ ਨਿਕਲਣਾ ਨਹੀਂ, ਨਾ ਹੀ ਭਗਤੀ ਹੋ ਸਕਦੀ ਹੈ। ਸੋਚੀ ਜਾਈਏ ਕਿ ਹੁਣ ਸਵੇਰ ਹੀ ਆ, ਚਲੋ ਹਲੇ ਸਾਰਾ ਦਿਨ ਪਿਆ, ਦੁਪਹਿਰੇ ਦੇਖਾਂਗੇ ਪਾਠ, ਦੁਪਹਿਰੇ ਸੋਚਦਾ ਸ਼ਾਮ ਨੂੰ ਕਰਾਂਗੇ, ਫਿਰ ਕਹਿੰਦਾ ਰਾਤ ਨੂੰ ਇਕੱਠਾ ਹੀ ਕਰ ਲਾਂਗੇ। ਸੌਣ ਲੱਗਿਆ, ਹੁਣ ਨੀਂਦ ਆਉਣ ਲੱਗੀ, ਕਹਿੰਦਾ ਹੁਣ ਸਵੇਰੇ ਦੇਖਿਓ ਮੈਂ ਕਿੰਨਾ ਕਰਦਾ ਉੱਠ ਕੇ, ਸਵੇਰੇ ਫੇਰ ਨਹੀਂ ਕਰਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਇਹ ਵਿਚਾਰ ਕੇ ਗੱਲਾਂ ਦੇ ਨਾਲ ਹੀ ਆਪਣਾ ਸਮਾਂ ਲੰਘਾਉਂਦਾ ਰਹਿੰਦਾ ਹੈ। ਇਸ ਤਰ੍ਹਾਂ ਭਗਤੀ ਨਹੀਂ ਹੁੰਦੀ। ਅੰਨ ਦਿਨ ਨਾਮੇ ਰਤਿਆਂ ਸੱਚੇ ਸੱਚੀ ਸੋਏ। ਜਿਹੜੇ ਰਾਤ ਦਿਨ ਵਾਹਿਗੁਰੂ ਦੇ ਨਾਮ ਵਿੱਚ ਰਚ ਮਿਚ ਜਾਂਦੇ ਨੇ, ਤਦਾਕਾਰ ਹੋਏ ਰਹਿੰਦੇ ਨੇ, ਵਾਹਿਗੁਰੂ ਦੇ ਵਿੱਚ ਰਚੇ ਮਿਚੇ ਜਾਣ ਨਾਲ ਸੱਚਿਆਂ ਦੀ ਸੱਚੀ ਸੋਭਾ ਹੁੰਦੀ ਹੈ। ਸੱਚੇ ਸੱਚੀ ਸੋਏ। ਸੋਏ ਦਾ ਮਤਲਬ ਇੱਥੇ ਸੋਭਾ। ਸੋਏ ਦਾ ਅਰਥ ਉਹ ਵੀ ਹੁੰਦਾ, ਉਹਨਾਂ ਦੀ ਜਿਹੜੀ ਸੋਭਾ ਹੈ ਉਹ ਸੱਚੀ ਹੀ ਸੱਚੀ ਹੈ। ਉਹ ਰਾਤ ਦਿਨ ਨਾਮ ਦੇ ਵਿੱਚ ਹੀ ਰੰਗੇ ਰਹਿੰਦੇ ਨੇ। ਇੱਕ ਦਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ। ਜੇ ਇੱਕ ਤਿਲ ਜਿੰਨਾ ਸਮਾਂ ਵੀ ਵਾਹਿਗੁਰੂ ਦਾ ਨਾਮ ਭੁੱਲ ਜਾਵੇ, ਰੱਬ ਦੇ ਪਿਆਰਿਆਂ ਨੂੰ ਕਾਹਲੇ ਪੈ ਜਾਂਦੇ ਨੇ। ਕਿਉਂਕਿ ਮਹਾਰਾਜ ਕਹਿੰਦੇ, ਜੇ ਆਪਣੇ ਆਪ ਨੂੰ ਭਗਤ ਸਦਾਉਂਦੇ ਹੋ, ਭਗਤੀ ਕਰਦੇ ਹੋ, ਜੇ ਇੱਕ ਤਿਲ ਜਿੰਨਾ ਸਮਾਂ ਵੀ ਪਿਆਰਾ ਵਾਹਿਗੁਰੂ ਭੁੱਲ ਜਾਵੇ ਤਾਂ ਫਿਰ ਕਾਹਦੀ ਭਗਤੀ ਹੋਈ? ਭਗਤ ਕਨੇਹੀ ਹੋਏ। ਭਾਵ ਕਹਿਣ ਤੋਂ ਕਿ ਉਹ ਭੁੱਲਣਾ ਨਹੀਂ ਚਾਹੀਦਾ ਇੱਕ ਤਿਲ ਮਾਤਰ ਵੀ। ਮਨ ਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ। ਸੋ ਸਵਾਸ ਜਿਹੜਾ ਸਤਿਗੁਰੂ ਕਹਿੰਦੇ, ਜਿਵੇਂ ਤਿਲ ਜਿੰਨੀ ਗੱਲ ਪਿੱਛੇ ਕੀਤੀ ਹੈ, ਸਵਾਸ ਕੋਈ ਖਾਲੀ ਨਾ ਜਾਵੇ। ਬਸ ਇਹ ਰੱਬ ਦੇ ਪਿਆਰਿਆਂ ਨੇ ਇੱਕ ਢੰਗ ਤਰੀਕਾ ਬਣਾਇਆ। ਸਾਸ ਗਿਰਾਸ, ਆਉਂਦੇ ਜਾਂਦੇ ਸਵਾਸ ਨਾਲ ਵਾਹਿਗੁਰੂ ਨੂੰ ਯਾਦ ਰੱਖਣਾ, ਹਰ ਸਾਹ ਦੇ ਵਿੱਚ ਵਾਹਿਗੁਰੂ ਨੂੰ ਯਾਦ ਰੱਖਣਾ। ਉਹ ਕਹਿੰਦੇ ਕੋਈ ਮੇਰਾ ਸਵਾਸ ਬੇਅਰਥ ਨਾ ਚਲਿਆ ਜਾਵੇ। ਕਿਉਂਕਿ ਮਨ ਤਨ ਸੀਤਲ ਸਾਚ ਸਿਉ, ਸੱਚੇ ਸਿਮਰਨ ਕਰਨ ਨਾਲ ਬੰਦਿਆਂ ਦਾ, ਜੀਵਾਂ ਦਾ ਮਨ ਤੇ ਤਨ ਠੰਡਾ ਠਾਰ ਰਹਿੰਦਾ, ਸੀਤਲਤਾ ਆ ਜਾਂਦੀ। ਕਿਉਂਕਿ ਮਾਇਆ ਦੇ ਤਪਸ਼ ਕਰਕੇ ਜਾਂ ਮਾਇਆ ਦੇ ਖਿਆਲਾਂ ਕਰਕੇ, ਮਾਇਆ ਦੇ ਧੰਦਿਆਂ ਕਰਕੇ ਜੀਵ ਦਾ ਦਿਮਾਗ ਟੈਨਸ਼ਨ 'ਚ, ਚਿੰਤਾ, ਗਮ, ਸੋਗ, ਫਿਕਰ 'ਚ ਹੋਣ ਕਰਕੇ ਸਰੀਰ ਦੇ ਅੰਦਰ ਇੱਕ ਜਲਨ ਹੁੰਦੀ, ਪ੍ਰਤੀਤ ਹੁੰਦੀ ਹਮੇਸ਼ਾ ਕਿ ਸਾਡੇ ਸਰੀਰ ਵਿੱਚ ਜਲਨ ਰਹਿੰਦੀ ਹੈ। ਪਰ ਸਤਿਗੁਰੂ ਕਹਿੰਦੇ ਨੇ, ਜਦੋਂ ਆਪਾਂ ਭਗਤੀ ਕਰਦੇ ਹਾਂ ਤੇ ਇਹ ਜਲਨ ਜਿਹੜੀ ਆ ਨਾ ਸ਼ਾਂਤ ਹੋ ਜਾਂਦੀ। ਹੁਣ ਵੀ ਆਪਣਾ ਸਰੀਰ ਹੈ ਇਸ ਵਕਤ ਜਿਨ੍ਹਾਂ ਦੀ ਕਮਾਈ ਨਹੀਂ, ਭਗਤੀ ਨਹੀਂ, ਉਹਨਾਂ ਦਾ ਸਰੀਰ ਹਮੇਸ਼ਾ ਗਰਮੀ ਰਹਿੰਦਾ, ਬਹੁਤ ਜ਼ਿਆਦਾ। ਜਿਵੇਂ ਸਰੀਰ ਦੇ ਵਿੱਚੋਂ ਸੇਕ ਨਿਕਲਦਾ, ਅਗਨੀ ਨਿਕਲਦੀ, ਇਹੀ ਗਰਮੀ ਅੰਦਰ ਵੀ ਹੈ, ਬਾਹਰ ਵੀ ਹੈ। ਜੇ ਨਾਮ ਸਿਮਰਨ 2 ਘੰਟੇ
लगातार इंसान टिके हुए समय विच करे, थोड़े दिनों विच उहनूं शांति प्राप्त होण लग जाती। कई लोग सारी रात सौंदे नहीं, रोगी तड़फते रहंदे ने, पासे लैंदे रहंदे ने। जे वो सिमरन करना शुरू कर देण तां सारी रात सिमरन करी जाण बैठे, तड़फण नालों तां ये वधिया। महाराज किरपा करदे ने, फिर हौली हौली उन्हां दे अंदर भी शांत पाई। गुर सतगुर पूरे, सुख उपजे बाजे अनहद तूरे। ताप पाप संताप दे नासे, हर सिमरत किल बिख सब नासे। महाराज की बख्शिश हो जाती उन्हां जीवां दे उत्ते। मेरे मन हर का नाम ध्याए, मेरा मना तू भी नाम ध्याया कर। की लैना गल्लां तो, निंदा चुगली बदी बखीली तो, सारा कुछ छड्ड के जे सारे जाने ही नाम जपण लग जाण, ना कोई लड़ाई रहे, ना कोई झगड़ा रहे, ना कोई निंदा करे, ना कोई किसी नाल ईर्खा करे, सब खत्म हो सकदा। पर इंसान तो हर वक्त बैठ के यही सोचदा है कि दूजे का नुकसान किवें करिए, ਉਹਦਾ ਕੰਮ किवें ਵਿਗਾੜੀਏ। महाराज कहंदे ने सारियां इंसानां दे विच मैं आप ही बैठा। इंसान दे नाल नफरत करन दा मतलब है, ईर्खा दा मतलब है परमेश्वर नाल नफरत करनी। सतगुरु कहंदे ने हमेशा नाम ही जपी जाओ, साची भगत तां थी है जां हर वसै मन आए रहाओ। सच्ची भगती ताइयों हुंदी है जे नाम हिरदे च वस जावे। ਇਹ ਇਸੇ ਗੱਲ ਲਈ ਸਾਨੂੰ ਮਿਹਨਤ ਕਰਨੀ ਚਾਹੀਦੀ, नहीं तो दिमाग ਵਿੱਚ एक गल ਵੜ ਜੇ ਉਹੀ ਘੁੰਮੀ ਜਾਂਦੀ ਰਹਿੰਦੀ ਬੰਦੇ ਦੇ। पर सतगुरु कहते ने लोकी पुछदे भी नाम हिरदे च किवें बसे, जिवें दुनिया दीयां दूजियां गल्लां वस जांदियां। ਜਿਹਦੇ ਨਾਲ ਈਰਖਾ है, द्वैश है, साडी दुश्मनी हुंदी कईयां नाल, ਉਹਨਾਂ ਨੂੰ हमेशा बंदा चितारदा ही रहिंदा। रात ਨੂੰ ਉੱਠੇ ਤਾਂ ਦਿਨੇ ਤਾਂ भी ਉਹਦਾ ਨੁਕਸਾਨ ਕਿਵੇਂ ਹੋਵੇ, ਉਹਨੂੰ ਮਾੜਾ ਕਿਵੇਂ ਕਰੀਏ, ਉਹਨੇ ਮੈਨੂੰ ਇਉਂ ਕਿਉਂ ਕਹਿਤਾ, ਇਹ ਗੱਲ ਹਮੇਸ਼ਾ ਮਨ 'ਚ ਉਹਦੇ ਘੁੰਮਦੀ ਰਹਿੰਦੀ। ਮਹਾਰਾਜ ਕਹਿੰਦੇ ਇਹ ਚੀਜ਼ ਵੀ ਤਾਂ ਮਨ 'ਚ ਵਸੀ ਹੋਈ ਹੈ। ਮਾੜੀ ਚੀਜ਼ ਵਸਾਉਣ ਲਈ ਕੋਈ ਯਤਨ ਨਹੀਂ ਕਰਨਾ ਪੈਂਦਾ, ਮਾੜੇ ਗੱਲਾਂ ਹਮੇਸ਼ਾ ਮਨ 'ਚ ਆਪੇ ਹੀ ਵਸ ਜਾਂਦੀਆਂ। ਨਾਮ ਨੂੰ ਵਸਾਉਣ ਲਈ ਯਤਨ ਕਰਨਾ, ਪਹਿਲਾਂ ਉਹ ਚੀਜ਼ਾਂ ਸਾਰੀਆਂ ਛੱਡ ਦੇਣੀਆਂ। ਉਹ ਚੀਜ਼ਾਂ ਤਾਂ ਛੁੱਟਣੀਆਂ ਕਿ ਸਾਰਿਆਂ ਨੂੰ ਮਾਫ ਕਰ ਦਿਓ, ਜਾਂ ਵੀ ਤੈਨੂੰ ਮਾਫ ਕੀਤਾ, ਗਲਤੀਆਂ ਤਾਂ ਤੂੰ ਬਹੁਤ ਕਰਦਾ, ਮਾੜਾ ਵੀ ਬੋਲਦਾ। ਜੇ ਆਪਾਂ ਉਹਨੂੰ ਸੌਣ ਵੇਲੇ ਸਭ ਨੂੰ ਮਾਫ ਕਰਕੇ ਸੌਂ ਜਾਓ, ਬਸ ਛੱਡੋ ਪਰੇ ਇਹਨਾਂ ਨੂੰ, ਮਾਫ ਕੀਤਾ ਛੱਡਿਆ ਇਹਨਾਂ ਨੂੰ। ਕਿਉਂਕਿ ਆਪਣਾ ਸਮਾਂ ਬਰਬਾਦ ਬਹੁਤ ਹੁੰਦਾ ਇਹਨਾਂ ਮਾੜੀਆਂ ਗੱਲਾਂ ਤੇ। ਭਗਤੀ ਵਾਲੇ ਪਾਸੇ ਨੂੰ ਲੱਗਣਾ, ਇਹਦੇ ਉੱਤੇ ਫਿਰ ਪ੍ਰਬਲ ਹੈ ਮਾਇਆ ਦਾ ਜ਼ੋਰ, ਕਲਯੁਗ ਦਾ ਜ਼ੋਰ, ਆਸਰੀ ਸੰਪਦਾ ਦਾ ਜ਼ੋਰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵਿਸ਼ਰਾਮ ਦੇ ਕੇ ਰਹਾਓ, ਤੋਂ ਭਾਵ ਵਿਸ਼ਰਾਮ ਟਿਕਾਓ, ਇਕਾਗਰਤਾ, ਰਹਾ ਰਹਾ ਕੇ ਬਾਣੀ ਪੜ੍ਹਨੀ, ਸਨਾਭੀ ਟੀਕਾ ਸ਼ਬਦ ਦਾ ਮੁੱਖ ਪ੍ਰਯੋਜਨ ਹੁੰਦਾ ਰਹਾਓ ਦੀ ਪੰਕਤੀ ਵਿੱਚ। ਸਤਿਗੁਰੂ ਕਹਿੰਦੇ ਆਓ ਆਪਾਂ ਖੇਤੀ ਕਰਦੇ ਹਾਂ ਨਾਮ ਦੀ। ਸਹਿਜੇ ਖੇਤੀ ਰਾਹੀ ਹੈ, ਸੱਚ ਨਾਮ ਬੀਜ ਪਾਏ। ਸਭ ਤੋਂ ਪਹਿਲਾਂ ਸੁਭਾਵਕ ਕਿ ਬੁੱਧੀ ਰੂਪੀ ਖੇਤੀ ਨੂੰ ਵਾਹੀਏ। ਕਹਿਣ ਤੋਂ ਭਾਵ ਕਿ ਬੁੱਧੀ ਰੂਪ ਜਿਹੀ ਧਰਤੀ ਨੂੰ ਸ਼ੁੱਧ ਕਰੀਏ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੂਧੇ ਕੋ ਜਾਵੋ। ਸਤਸੰਗਤ ਵਿੱਚ ਬਹਿ ਕੇ ਕਥਾ ਸੁਣ ਕੇ, ਸ਼ਬਦ ਦੀ ਵਿਚਾਰ ਕਰਕੇ, ਕੀਰਤਨ ਸੁਣ ਕੇ, ਅਭਿਆਸ ਕਰਕੇ, ਫਿਰ ਹੌਲੀ ਹੌਲੀ ਬੁੱਧੀ ਦੇ ਵਿੱਚੋਂ ਗੁਰਬਾਣੀ ਦੇ ਰਾਹੀਂ ਮਿਥਿਆ ਚੀਜ਼ਾਂ ਨੂੰ ਦੂਰ ਕਰੀਏ। ਬਈ ਸਾਰਾ ਕੁਝ ਮਿਥਿਆ ਹੈ, ਝੂਠਾ ਹੀ ਹੈ, ਸੁਪਨੇਵਤ ਹੈ। ਫਿਰ ਉਸ ਤੋਂ ਬਾਅਦ ਜਦੋਂ ਇਹ ਮਨ ਹੁਣ ਸ਼ੁੱਧ ਹੋ ਗਿਆ, ਜਦੋਂ ਵਿਰਾਗ ਹੋ ਗਿਆ, ਸਾਰਾ ਕੁਝ ਤਾਂ ਝੂਠਾ ਹੀ ਹੈ, ਕਾਹਨੂੰ ਐਵੇਂ ਜ਼ੋਰ ਲਾਈ ਜਾਣਾ। ਜਿਵੇਂ ਕਿਸੇ ਫਿਲਾਸਫਰ ਨੇ ਕਿਹਾ ਕਿ ਇਨਸਾਨ ਦੀ ਜ਼ਿੰਦਗੀ ਇੰਨੀ ਛੋਟੀ ਹੈ ਕਿ ਨਫ਼ਰਤ ਕਰਨ ਲਈ ਟਾਈਮ ਹੀ ਨਹੀਂ ਹੈ ਮੇਰੇ ਪਾਸ। ਬਹੁਤ ਅੱਛੀ ਗੱਲ ਹੈ, ਇੰਨੀ ਛੋਟੀ ਜ਼ਿੰਦਗੀ ਆਪਣੀ ਕਿ ਇਹਦੇ ਵਿੱਚ ਸਾਰਾ ਸਮਾਂ ਭਗਤੀ ਵਿੱਚ ਹੀ ਲਾਈਏ, ਤਾਂ ਹੀ ਉਹ ਸਤਿਗੁਰੂ ਕਹਿੰਦੇ ਕਾਮਯਾਬ ਹੈ। ਜਦੋਂ ਆਪਾਂ ਆਪਣੀ ਬੁੱਧੀ ਨੂੰ ਸ਼ੁੱਧ ਕਰ ਲਿਆ, ਉਹਦੇ ਵਿੱਚ ਸੱਚ ਨਾਮ ਬੀਜ ਪਾਏ, ਫਿਰ ਸੱਚੇ ਨਾਮ ਦੇ ਬੀਜ ਨੂੰ ਪਾਵੇ, ਬੀਜੇ, ਬੀਜ ਬੀਜੇ ਟਿਕਾ ਟਿਕਾ ਕੇ ਵਾਹਿਗੁਰੂ ਵਾਹਿਗੁਰੂ ਕਰਦਾ।
ਜਦੋਂ ਬੀਜ ਨੂੰ ਬੀਜਦਾ ਖੇਤੀ ਚੰਗੀ ਤਰ੍ਹਾਂ ਬੁੱਧੀ ਨੂੰ ਸ਼ੁੱਧ ਕਰਕੇ ਆਪਣੀ ਨੂੰ, ਇਹ ਗੱਲਾਂ ਹੀ ਨਹੀਂ ਹਨ। ਇੱਕ ਤਾਂ ਹੁੰਦੀ ਕਥਾ ਪ੍ਰਚਾਰ ਉਹੀ ਕੀਤਾ, ਚਲੋ ਚਲੇ ਗਏ। ਆਪਾਂ ਸਾਰੀ ਕਥਾ ਬਹੁਤ ਸੀਰੀਅਸ ਹੋ ਕੇ ਕਰਦੇ ਹਾਂ। ਵਾਕਈ ਇਹ ਡੂੰਘਾਈ ਦੀਆਂ ਚੀਜ਼ਾਂ ਸਾਰੀਆਂ ਨਾਮ ਅਭਿਆਸੀਆਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਵੀ ਆਪਾਂ ਨੇ ਇਹ ਕਰਨਾ ਹੈ। ਇਹ ਨਹੀਂ ਕਿ ਕਥਾ ਹੁਣ ਸੁਣ ਲਈ ਤੇ ਬਾਅਦ 'ਚ ਕੁਛ ਨਾ ਕੀਤਾ। ਇਹ ਅੱਜ ਭਗਤੀ ਦਾ ਉਪਦੇਸ਼ ਦੇ ਰਹੇ ਸਤਿਗੁਰੂ, ਇਹਨੂੰ ਕਮਾਉਣਾ ਹੈ। ਸੱਚਮੁੱਚ ਹੀ ਨਾਮ ਦਾ ਬੀਜ ਬੀਜਣਾ ਹੈ। ਜਦੋਂ ਅਸੀਂ ਨਾਮ ਦੇ ਬੀਜ ਨੂੰ ਬੀਜਦੇ ਹਾਂ ਹਿਰਦੇ ਦੇ ਅੰਦਰ ਜਪ ਜਪ ਕੇ, ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਏ, ਫਿਰ ਸ਼ੁਭ ਗੁਣਾ ਰੂਪੀ ਖੇਤੀ ਜਿਹੜੀ ਅਗਲੀ ਤੋਂ ਭਾਵ ਬਹੁਤੀ ਜੰਮਦੀ ਹੈ, ਬਹੁਤ ਜ਼ਿਆਦਾ। ਇਹਦੇ 'ਚ ਜਮਾਓ ਬਹੁਤ ਹੈ। ਬੀਜ ਤਾਂ ਬੀਜਦੇ ਹਾਂ ਥੋੜਾ, ਬੀਜ ਤਾਂ ਸਾਰੇ ਖੇਤਾਂ 'ਚ 1 ਕੁਇੰਟਲ ਬੋਰੀ ਜਾਂ ਬੀਜ ਦੀ 2 ਬੋਰੀਆਂ ਬੀਜਤੀਆਂ ਕਿਤੇ ਬੀਜਦੀਆਂ, ਜਦੋਂ ਉਹਦਾ ਬੋਹੜ ਲੱਗਦਾ ਤਾਂ ਬਹੁਤ ਜ਼ਿਆਦਾ ਕੁਇੰਟਲਾਂ ਦੇ ਹਿਸਾਬ ਨਾਲ ਫਿਰ ਨਿਕਲਦਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤੁਸੀਂ ਨਾਮ ਦਾ ਬੀਜ ਜਦੋਂ ਬੀਜਦੇ ਹੋ ਉਦੋਂ ਤਾਂ ਲੱਗਦਾ ਕਿ ਮੈਂ ਥੋੜਾ ਹੀ ਪਾਠ ਕੀਤਾ, ਘੰਟਾ ਕੁ ਅਭਿਆਸ ਕੀਤਾ। ਖੇਤੀ ਬੀਜਣ ਨੂੰ ਕੋਈ ਅੱਜ ਕੱਲ੍ਹ ਬਹੁਤਾ ਟਾਈਮ ਨਹੀਂ ਲੱਗਦਾ, ਵੱਢਣ ਨੂੰ ਬਹੁਤ ਟਾਈਮ ਲੱਗ ਜਾਂਦਾ। ਬੋਹੜ ਸੰਭਾਲਦਿਆਂ ਵੇਚਦਿਆਂ ਜਦੋਂ ਇਹਦਾ ਬੋਹੜ ਬਣਿਆ ਨਾਮ ਬੀਜੇ ਹੋਏ ਦਾ, ਇੰਨਾ ਵੱਡਾ ਬੋਹੜ ਉਹ ਮੁੱਕਦਾ ਹੀ ਨਹੀਂ। ਖਾਵਹਿ ਖਰਚ ਰਲ ਮਿਲ ਭਾਈ, ਤੋਟ ਨਾ ਆਵੈ ਵਾਧੋ ਜਾਈ। ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਏ। ਬਹੁਤੀ ਖੇਤੀ ਵੇਖ ਕੇ ਮਨ ਰੱਜ ਜਾਂਦਾ। ਜਦੋਂ 1000 ਟਨ ਦੇ ਹਿਸਾਬ ਨਾਲ ਕਣਕ ਹੁੰਦੀ ਆ, ਉਦੋਂ ਜ਼ਿਮੀਂਦਾਰ ਦੇਖ ਦੇਖ ਕੇ ਝੂਮਦਾ, ਆਹ ਤਾਂ ਬਹੁਤ ਜ਼ਿਆਦਾ ਖੇਤੀ ਹੋ ਗਈ। ਸਤਿਗੁਰੂ ਕਹਿੰਦੇ ਜਦੋਂ ਬੀਜ ਬੀਜੋਗੇ ਤਾਂ ਸਹਿਜ ਸੁਭਾਵਕ ਹੀ ਸਾਡੇ ਕੋਲ ਫਿਰ ਸ਼ਾਂਤੀ ਆ ਜਾਣੀ। ਸ਼ਾਂਤੀ ਸੁਭਾਅ ਵਾਲਾ ਹੋ ਜਾਂਦਾ, ਟਿਕਾਓ ਵਿੱਚ ਆ ਜਾਂਦਾ, ਇਕਾਗਰਤਾ ਦੇ ਵਿੱਚ ਆ ਜਾਂਦਾ। ਇਹ ਚੀਜ਼ ਦੀ ਲੋੜ ਹੁੰਦੀ ਹਰ ਇੱਕ ਨੂੰ ਹੀ। ਭਗਤੀ ਐਸੀ ਚੀਜ਼ ਹੈ, ਇਹਦੇ ਵਿੱਚੋਂ ਹੀ ਸ਼ਕਤੀ ਪ੍ਰਗਟ ਹੁੰਦੀ। ਭਗਤੀ ਤੋਂ ਬਿਨਾਂ ਕੋਈ ਬੇਸ ਹੀ ਨਹੀਂ ਬਣਦਾ ਇਨਸਾਨ ਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪਹਿਲਾਂ ਬਹੁਤ ਭਗਤੀ ਕਰੇ, ਸੁਭਾਅ ਦੇ ਵਿੱਚ ਉਹ ਠੰਡ ਲਿਆਵੇ ਜਿਹੜੀ ਅਕਾਲ ਪੁਰਖ ਦਿੰਦੇ ਨੇ। ਇੱਕ ਤਾਂ ਹੁੰਦਾ ਸੁਸਤ ਆਦਮੀ, ਬੈਠਾ ਸੁਸਤੀ ਪਾ ਕੇ, ਉਹਨੂੰ ਸ਼ਾਂਤੀ ਨਹੀਂ ਕਹਿ ਸਕਦੇ, ਕਹਿੰਦੇ ਬੜੀ ਸ਼ਾਂਤੀ ਨਾਲ ਬੈਠਾ। ਇੱਥੇ ਸ਼ਾਂਤੀ ਦਾ ਮਤਲਬ ਹੈ ਮਨ ਦੇ ਅੰਦਰ ਟਿਕਾਓ, ਇਕਾਗਰਤਾ ਬਣਨੀ, ਤੇ ਉਹ ਸ਼ਾਂਤੀ ਜਿਹੜੀ ਨਾਮ ਦੀ ਆ, ਸ਼ਾਂਤੀ ਵਾਲਾ ਸੁਭਾਅ ਪੈਦਾ ਹੋ ਜਾਣਾ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤਾ ਤਿਖ ਜਾਏ। ਹੁਣ ਗੁਰਾਂ ਦਾ ਜਿਹੜਾ ਉਪਦੇਸ਼ ਹੈ ਇਹ ਅੰਮ੍ਰਿਤ ਰੂਪ ਹੈ। ਜੀ ਕਹਿੰਦੇ ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਤੋਂ, ਤਾਂ ਇਹ ਵੀ ਅੰਮ੍ਰਿਤ ਸਤਿਗੁਰੂ ਬਣ ਰਹੇ ਨੇ ਗੁਰੂ ਦੇ ਉਪਦੇਸ਼ ਦਾ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤਾ ਤਿਖ ਜਾਏ। ਜਿਹਦੇ ਪੀਤਿਆਂ ਪਦਾਰਥਾਂ ਦੀ ਤ੍ਰੇਹ ਨਿਵਰਤ ਹੋ ਜਾਂਦੀ ਹੈ। ਕਿਉਂਕਿ ਜਦੋਂ ਆਪਾਂ ਅੰਮ੍ਰਿਤ ਪੀਂਦੇ ਹਾਂ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ, ਪਦਾਰਥਾਂ ਦੀ ਇੱਛਾ ਜਿਹੜੀ ਆ ਉਹ ਮਨ ਵਿੱਚੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਆਪ ਹੀ। ਜਦੋਂ ਸੋਝੀ ਪੈ ਜਾਂਦੀ ਹੈ ਨਿਆਣੇ ਨੂੰ, ਛੋਟੇ ਹੁੰਦੇ ਨਿਆਣੇ 5-7 ਸਾਲ ਦੇ 10 ਸਾਲ ਦੇ ਕਾਗਜ਼ ਇਕੱਠੇ ਕਰਦੇ ਬੜੇ, ਔਰ ਗੇਮਾਂ ਜੀਆਂ ਖੇਡੀ ਜਾਣਗੇ। ਜੋ ਸਿਆਣਾ ਹੋ ਜਾਂਦਾ ਹੁਣ ਉਹ ਗੇਮ ਵੱਲ ਦੇਖਦਾ ਹੀ ਨਹੀਂ, ਉਹ ਪਈ ਆ, ਉਹ ਕਹਿੰਦੇ ਕਿਸੇ ਨੂੰ ਹੋਰ ਦੇ ਦਿਓ ਅੱਗੇ, ਮੈਂ ਤਾਂ ਹੁਣ ਖੇਡਣੀ ਨਹੀਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਦੋਂ ਗੁਰ ਸ਼ਬਦ ਅੰਮ੍ਰਿਤ ਪੀਣ ਲੱਗ ਪੈਂਦੇ ਆਪਾਂ, ਫਿਰ ਆਪਣੀ ਪਿਆਸ ਪਦਾਰਥਾਂ ਦੀ ਘਟ ਜਾਂਦੀ ਹੈ, ਹੌਲੀ ਹੌਲੀ ਘਟਦੀ ਬੁੱਝ ਜਾਂਦੀ ਹੈ। ਇੱਥੋਂ ਤੱਕ ਵੀ ਇਨਸਾਨ ਦਾ ਆਪਣੇ ਕਿਸੇ ਚੀਜ਼ ਨਾਲ ਪਿਆਰ ਨਹੀਂ ਰਹਿੰਦਾ ਪਦਾਰਥ ਵਿੱਚ। ਪਹਿਲਾਂ ਜਿਹੜੇ ਪਦਾਰਥਾਂ ਦਾ ਮੋਹ ਕਰਦਾ ਸੀ, ਜੇ ਕਿਸੇ ਨੇ ਹੱਥ ਵੀ ਲਾਤਾ ਤਾਂ ਕਹਿੰਦਾ ਹੱਥ ਵੱਢ ਦੂੰਗਾ ਮੇਰੀ ਚੀਜ਼ ਨੂੰ। ਹੁਣ ਕਹਿੰਦਾ ਜੇ ਕਿਸੇ ਨੇ ਲਿਜਾਣੀਆਂ ਲੈ ਜਾਓ, ਮੇਰੇ ਤਾਂ ਕੰਮ ਦੀ ਨਹੀਂ ਹੋਣੇ। ਤਿਆਗ ਹੋ ਗਿਆ, ਮਨ 'ਚ ਵਿਰਾਗ ਹੋ ਗਿਆ, ਕਿਉਂਕਿ ਉਹ ਸ਼ਬਦ ਦੇ ਅੰਮ੍ਰਿਤ ਨਾਲ ਤ੍ਰਿਖਾ ਉਤਰ ਗਈ ਮਨ ਦੀ। ਇਹੋ ਮਨ ਸਾਚਾ ਸੱਚ ਰਤਾ, ਸੱਚੇ ਰਹਿਆ ਸਮਾਏ। ਜਿਹੜੇ ਗੁਰਮੁਖ ਦਾ ਇਹ ਸੱਚਾ ਮਨ ਸੱਚੇ ਨਾਮ ਵਿੱਚ ਰੰਗਿਆ, ਉਹੀ ਸੱਚੇ ਵਾਹਿਗੁਰੂ ਵਿੱਚ ਸਮਾ ਰਿਹਾ। ਸੱਚਾ ਮਨ ਸੱਚੇ ਨਾਮ ਵਿੱਚ ਜਦੋਂ ਰੰਗਿਆ ਜਾਂਦਾ ਹੈ, ਉਹੀ ਪ੍ਰਮਾਤਮਾ ਦੇ ਵਿੱਚ ਸਮਾ ਰਿਹਾ। ਆਖਣ ਵੇਖਣ ਬੋਲਣਾ ਸਬਦੇ ਰਹਿਆ ਸਮਾਏ। ਗੁਰਮੁਖਾਂ ਦਾ ਜਿਹੜਾ ਆਖਣ ਹੈ, ਮੂੰਹ ਦੇ ਨਾਲ ਬੋਲਣਾ ਹੈ। ਵੇਖਣ ਹੁੰਦਾ ਅੱਖਾਂ ਦੇ ਨਾਲ,
आखण, वेखण, बोलना, मूँह नाल बोलना ते वेखना अखां दे नाल। गुरमुखां दा आखना, वेखना ते बोलना। आखण हुंदा अखियाणा दा पढ़ना, बचनां दा बोलना, अखां नाल वेखना आदਿਕ जो भी विहार है वो सारा ही शब्दे रहिया समाए। वो ब्रह्म विच ही समाया रहिंदा है। इन्हां फजूल दीयां गल्लां नूं, कूड़ा करकट इकट्ठा करन नूं चंगा नहीं हुण मनदा। फालतू दीयां गल्लां नूं चंगीआं नहीं लगदियां। इसे करके वो दुनिया तो थोड़ा परे परे जी रहिंदा, क्योंकि संसार दे लोकां दी आदत हुंदी है जिवें गंदगी दे ढेर नूं फरोली जाना। पर गुरमुख गंदगी दे ढेर तो परे हो के नाम अमृत विच अपना चित्त जोड़ते हैं, शब्द विच चित्त जोड़ते हैं, शांति टिकाओ एकाग्रता नूं प्राप्त करते हैं। उन्हां दे मनां अंदर ठंड बनी रहिंदी है, टिकाओ बनिया रहिंदा। उन्हां ने जिहड़ा काम करना अणदसे ही कर देना, क्योंकि उन्हां विच पावर इन्नी आ जाती है, टिकाओ ही इन्ना आ जाता। आम बंदा किन्ना रौला पाउंदा, पर गुरमुख बैठे दिखते ने, कुछ भी नहीं करते। गुरमुखां दे तां संकल्प नाल ही काम हो जाना, ते मनमुख ने भज भज मर जाना, उहदा काम तां भी नहीं होना। इस करके सतगुरु कहते नाम दा आसरा लो, नाम नाल ही सारा कुछ प्राप्त होना है। बाणी बज्जी चाहों जुगी, सचो सच सुनाए। ਇਹਦੇ ਕੋਲੋਂ सच ही सच सुनने में आ रहा, क्योंकि निश्चय करके जो जगियासुआं दा है ना ऐसा मन बन जाता कि जगियासुआं नूं सच नाम ही सुनाउंदा। चौं जुगी हुंदा संसार विच, चारे जुगां विच ओहदी जस रूप बाणी वज्जी, चारे जुगां विच ओहदा जस प्रगट हो गया। किन्नी देर हो गई प्रहलाद नूं, फिर भी आपां ਜਦੋਂ तक धरती रहेगी, गुरु ग्रंथ साहिब धरती ते रहणगे, महाराज सच्चे पातशाह दे पढ़ांगे हर जुग जुग भगतो पाया। पैज रखदा आया राम राजे, हरनाक्ष दुष्ट हर मारिया, प्रहलाद तलाया। अहंकारियां निंदकां पिठ दे, नाम देव मुख लाया। जन नानक ऐसा हर सेविया, अंत लय छुड़ाया। हउमै मेरा रह गया, सच्चै लया मिलाए। हुण ਉਹਦੇ अंदरों सी जिहड़ी हउमै, मेरा, तेरा, हंगता, ममता, ये सारा कुछ रह ही गया, खत्म ही हो गया। सच्चे ने ਉਹਨੂੰ अपने नाल ही मिला लिया, परमात्मा ने। ਉਹਦੇ अंदरों चानण जदों हो गया, ਉਹਦੇ ਹਿਰਦੇ 'ਚ प्रकाश हो गया। ये हनेरे करके सी सारा कुछ, अज्ञानता दे हनेरे करके हउमै सी, हंकार सी, विकार सी। पर जदों नाम दा चानण अंदर होया, सब चीज़ां ही दौड़ ही गई। भरम, महाराज कहने भ्रम गया शरीर हों दूर, भरम शरीर चों दौड़ गया, डर भी दौड़ गया। सब चीज़ां शरीर दियां खत्म हो गईयां, क्योंकि उत्थे हिरदे च प्रकाश नाम आ गया। तिन कौ महल हदूर है, जो सच रहे लिव लाए। ਜਿਹੜੇ ਗੁਰमुख हमेशा बिरती ला के परमात्मा च लिव बिरती सुरती जोड़ के बैठे रहंदे ने, कंमकार करदिआं भी सुरती जिन्हां दी परमात्मा च ही है, उन्हां नूं वाहिगुरू दा जिहड़ा सरूप है हाजरा हजूर सामने दिखदा। क्यों है तां हाजिर, वाहिगुरू तां हाजिर नाजरी हुण भी अपने कोल ही ने, क्योंकि वो तां प्रकाश है। ਉਹਦਾ प्रकाश तिन्नां लोकां विच इस वक्त भी सर्व व्यापक है हो के चानण दे रिहा। गुरमुखां नूं वो दिखण लग पैंदा। असल विच इहनूं कहंदे ने अविनाशी दर्शन, जिहड़ा प्रकाश दिखना चारे पासे। जदों चारे पासे हाजिर हजूर प्रकाश दिखण लग गया, ਉਹਦੀ बिरती सच्चे च जुड़ गई। हुण ਉਹਦਾ मन भाउंदा नहीं किसी पासे नूं, वो बिरती ला के बैठे रहिंदे ने, रजमी बिरती हो जाती है। आपां नूं हमेशा जदों नहीं दिखदा वो स्वरूप, तां अपनी बिरती कुछ होर तरह की हुंदी। आपां नूं कई तरह के फिकर लगे हुंदे ने, आ कमाउणा, आ लियाउणा, आ काम करना। जिन्हां नूं प्रकाश व्यापक नज़र आउण लग जांदा है, उन्हां नूं कोई तमन्ना नहीं रहिंदी, क्योंकि उन्हां नूं पता मेरे कोल तां अटुट खजाना आ गया, हुण कोई तमन्ना ही नहीं, आपे महाराज ने करना सब कुछ। गुरमुखां दी अवस्था ही जी हो जाती है। जे उन्हां नूं कोई सलाह दईए, जे कहीए कि आ कर लो, वो कहंदे तैनूं ज़्यादा फिक्र आ, महाराज नूं फिक्र है मेरा, आपे महाराज करनगे। उन्हां दा विश्वास इन्ना हो जांदा महाराज करनगे बस,
महाराज नूं पता है, महाराज जानी जान ने, सब उन्हां नूं पता है, वो सब महाराज ते ही छड्डी जांदे ने गल। वो ना अरदास करते ना बेनती करते ने, वो कहते पता ही मेरे बेनती करन नाल की हुण सब दिखी जाता, उन्हां नूं की नहीं दिखदा, हर वक्त ही देखी जाते ने मैनूं। महाराज नूं पता है इहनूं आह चीज़ की लोड़ आ, आपे दे देणगे, आपे जाना है, आपे दे, जे मैनूं नहीं लोड़ मैनूं नहीं देणगे, जे वो देखण भी ये चीज़ नाल इहदा नुकसान आ नहीं दिंदे, ताईं नहीं दिंदे मैनूं। इस करके जिवें कोई बंदा बार बार आके महापुरखों कोल, बाबा अजीत सिंह जी हंसाली वाले कोले, वो फिर कहते बाबा जी मैं गां लैनी सीगी, आग्या दिओ। क्यों बहुते लोगों का विश्वास हुंदा कि महापुरुषों नूं पुछ के चीज़ लईए कोई, वो कहण कोई नहीं होर रुक जा थोड़ा चिर फिर लै ली, 2 महीने रुक जा, हले 2 महीने बाद फिर आ गया, कहने कोई नहीं हले होर रुक जा, फिर तैनूं दस्सांगे जद लैनी हो। ਉਹਨੇ देखा 2-3 बार पुछ के 3-4 महीने लंघ गए, कहता ਉਹ ਇਹਨਾਂ महापुरखों तो हाँ ही नहीं करनी, चलो मैं आप ही लै लेना, नाले पुछदा नाले लैंदा। गां लै ली, गां हुण बगाना पशु आपां नूं की पता किहा जा, लिया के पट्ठे पाउण लग्या, जद गां ने ढेडे सिंह मारिया, मुड़ के हस्पताल लैके गए, किन्ना चिर हस्पताल रहा, फिर आ गया ठीक हो के। कहते क्यों भाई गां लै ली? फिर कहने बाज जी गलती हो गई लैके, कहने मैनू पता सी 6 महीने का टाइम जे मैं इहदा लंघाता, वो सिंह वाला तेरा लेख लंघ जाना सी ते तू बच जाना सी। कहने तुसीं जान बुझ के पंगे लैंदे हो, जे सतगुरु ते ही गल छड्ड दईए भी सतगुरु क्यों नहीं दिंदे मैनू आह चीज़, कोई कारण ही होना। इस करके आपां नूं कोई चीज़ काहले नहीं पैणा चाहीदा। मैं इन्नियां अरदासां कीती मैनूं आह नहीं मिलिया, वो मिलण विच भी कई बार नुकसान हुंदा कई चीज़ां दे। सतगुरु ते सारी जे चीज़ अभ्यासीता जे पहुंचे होए ने तो छड्ड दिंदे आ, सधारण मनुख तो छड्डी नहीं जाती गल सतगुरु ते। जे आपां सतगुरु ते ही छड्ड के चल पईए ना, जिवें भगत फरीद जी गिट्टियां नूं संगल पा के खूह च पुट्ठे लटके हुए रब की प्राप्ति लई, एक अयाली भेडां चारन वाला आया डंगर चारदा, रब दे बंदिया कहंदे साईं पुरखे की कर रहा तू? कहंदे भी खुदा की प्राप्ति इस तरह हो जाती है। कहंदे अच्छा खुदा मिल जाता इस तरह? कहंदे हाँ जी। उन्हें उत्थे ही पराली जी पई सी, उहदा बेड़ जिहा वट के गिट्टियां नूं पा के खूह च पुट्ठा लमक गया। वो भी गुरु नानक देव जी तुरे जाते, कहंदे मरदाना एक बंदा अपने नां ते मरन लग्या, चल जल्दी कर, अखां बंद कर। कीतियां अखां बंद, उत्थे ही प्रगट हो गए। कहंदे खिच इहनूं फड़ के बाहर। वो गिट्टियां तो फड़ के लगे, कहो भाई मैनूं क्यों बाहर कढ़ दिओ, मैं तो रब नूं मिलना। भाई मरदाना कहंदे रब तो आ गया, मिलना रब नूं। वो कहने वो परले पासे का खूह च इन्ने चिर तो लमकदा, उन्हें तो मिलिया नहीं। कहने वो तो पक्के संगल पाए, उन्होंने विश्वास नहीं है। तैनूं विश्वास है, जिहड़ा बंदा विश्वास करके रब दे उत्ते चल पैंदा, रब नूं उहदा फिक्र हो जाए। चिंता करो हमारी, साडी परमेश्वर चिंता करदा, उहनूं चिंता है। इस करके सतगुरु महाराज सच्चे पातशाह कहते हैं वो हमेशा लिव ला के परमात्मा च, कहने जब तैनूं सारा पता ही है, वाहिगुरू नूं कहने तैनूं पता ही है भी मेरा न्याणा भुखा, मां नूं पता ही हुंदा पानी पीना रोटी खानी, घर बार भी चाहिदा आपे करदा, नामदेव की झोंपड़ी नहीं बना के गया। इस करके सतगुरु कहते जे परमात्मा च लिव लगी होवे तां छड्ड भी उहदे ते देवे सारी गल, तां फिर वो छेती हो जाती। सो जिवें जदों संत बाबा करतार सिंह जी खालसा दस्तार दिती 1966 विच पटना साहब 10वें पातशाह का गुरपुरब मनाया जा 300 साला अवतार दिहाड़ा। महापुरखा दस्तार दिती ते उपर लै गए गुंबद दे विच काफ़ी बचन बिलास कीते सी। हुण आपां कहांगे सानूं वो किद्दां पता लग गए, कीते तां दोनां ने। उत्थे परे अखंड पाठ हो रहा सी गुंबद च, उत्थे एक टकसाल दा ही सिंह रौल ते सी। ਉਹਨੂੰ संत कहने भजंगिया तू अपना पाठ करी जा, इधर ना देखी, अपना ध्यान उधर रख पाठ वाल। हौली हौली बचन करते रहे बैठे, पर वो भजंगी हुण कित्थे जद कह दईए भजंगी नूं सुनना नहीं, फिर बाला कंन दिंदा है। फिर वो भजंगी ने सारियां गल्लां सुन लियां। कहंदा उदों संतां ने कहा सी करतार शाह मैं काम तां सारे महाराज दे आसरे ही करदा, पर जद मेरा कोई काम अड़ जे देखा भी हुंदा ही नहीं, कहंदा मैं वो कलगीधर दे झोली च पा देवां महाराज ये तुसीं ही करना हुण। कहंदे फिर वो काम हो जांदा भी ऐं ही तूं करिया करी।
जद कोई काम अड़ जे देखे नहीं हुंदा उदों महाराज मूहरे बेनती करते, महाराज मैं तो तुहाडी झोली पाता, ये काम तुहाडे चरनां च बेनती करती, हुण तुसीं आपे जाओ। फिर महाराज कर दिंदे ने। तजर्बे दी चीज़ां सारियां। इस करके बहुत बचन बिलास महापुरखों ने उदों कीते, बहुत कुछ दसिया। ये चीज़ां बस इन्ना कह भी कमी जिहड़ी साडे च रही वो लिखती च बहुत चीज़ां आईयां ही नहीं है सामने। तां सतगुरु महाराज सच्चे पातशाह आपां नूं कहंदे ने कि ये सारियां चीज़ां बख्शिश नाल मिलदियां ने। नदरी नाम धियाईऐ बिन कर्मा पाया ना जाए। परमेश्वर दे नाम दा धियाउणा जिहड़ा ना चंगियां कर्मां तो बिना, गुरु दी किरपा तो बिना पाया नहीं जाता। पहले तो कर्म चंगे होने चाहिए ने, फिर नाम दा धियाउणा हुंदा। पूरै भाग सतसंगत लहै सतगुर भेटै जिस आए। जिहदे पूर्ण भाग ने वो सतसंगत नूं लैंदा। सतसंगत मिलदी होई उहनूं है जिहदे मस्तक ते 100% भाग पूरे होण। सतसंगत नहीं मिलदी छेती, उसे नूं सतगुरु आके मिलदे ने जिहदे चंगे भाग ने। पूरे भागां द्वारा जिहड़ा सतगुरु महाराज जी नूं आके मिलदे ने, उही गुरमुख जिहड़ा ना त्रै काल बाद परमात्मा दी संगत नूं लैंदा। पूरे भाग सतसंगत लहै प्राप्त करदा। लहै तो भाव सतगुर भेटै जिस आए। जिन्हों सतगुरु आके मिलते ने ਉਹਦੇ उत्ते बख्शिश हुंदी है। सतगुरु दा मिलाप ही बहुत भागां नाल हुंदा। माड़े मोटे कर्म वाला तो सतगुरु मिल ही नहीं सकता। चंगे पिछले जन्मां तो लैके हौली 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 चंगा कर्म करदियां करदियां पुन्न वधदे जांदे ने, फिर किते जाके महाराज नाल मिलाप हुंदा। अन दिन नामे रत्तियां दुख विखिया विचों जाए। रात दिन वाहिगुरू दे नाम च रत्ते रहण करके ना हिरदे दे विचों विखिया जिहड़ी माया, ये माया दा जिहड़ा दुख है चलिया जांदा। दुख विछोड़ा एक दुख भूख एक दुख सख्त वार जमदूत, ये दुख भी चले जांदे ने। नानक शब्द मिलावड़ा नामे नाम समाए। नामी वाहिगुरू दे नाम च समाउण करके शब्द जिहड़ा ब्रह्म है ना, ब्रह्म नाल मिलाप हुंदा साडा। वाहिगुरू दे नाम विच समाउणे करके वाहिगुरू 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 करदिआं वाहिगुरू दे विच ही जीव एक मिक हो जांदा। वो कहंदा हुण दूजा नज़र ही नहीं आउंदा, अब तू ही मैं नाही। मैनूं भुलेखा सी महाराज कि मैं होर हां तुसीं होर हो, आपां एक दूजे नूं अलग अलग समझदे सी। फिर मैं ये समझदा सी कि वो मेरा दोस्त है, वो दुश्मन है, पुत्र है, धी है, पशु है, पंछी है, दरख्त है, तारे चंद्रमा पानी तत्त बिजली सब। जदों मैनूं दिव्य दृष्टि खोली ये तो एक ही परमात्मा ही है। हुण दूजा नहीं नज़र आउंदा मैनूं, हुण तुसीं ही दिखदे हो सारे। ये भी एक अवस्था है।